ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ। ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸਦੇ ਕਿ ਇੱਥੇ ਭਾਗਵਤ ਕਥਾ ਸੁਣਾਉਣ ਦੇ ਲਈ ਗਏ ਇੱਕ ਕਥਾਵਾਚਕ ਦੇ ਨਾਲ ਕੁੱਟਮਾਰ ਹੋਣ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ। ਜੀ ਹਾਂ, ਦੱਸਦੇ ਕਿ ਇੱਥੇ ਜੋ ਹੈ ਭਾਗਵਤ ਕਥਾ ਸੁਣਾਉਣ ਗਿਆ ਸੀਗਾ ਇੱਕ ਕਥਾਵਾਚਕ ਪਿੰਡ ਦੇ ਵਿੱਚ, ਲੇਕਿਨ ਇੱਥੇ ਪਿੰਡ ਵਾਲਿਆਂ ਦੇ ਵੱਲੋਂ ਜੋ ਹੈ ਇਸ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਕੁੱਟਮਾਰ ਕੀਤੀ ਜਾਂਦੀ ਹੈ ਕਥਾਵਾਚਕ ਦੀ, ਤੇ ਫਿਰ ਉਸ ਦੇ ਵਾਲ ਵੀ ਕੱਟ ਦਿੱਤੇ ਜਾਂਦੇ ਨੇ। ਤਾਂ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਲੋਕ ਭੜਕੇ ਹੋਏ ਨੇ। ਤੇ ਇੱਥੇ ਤੁਹਾਨੂੰ ਦੱਸੇ ਕਿ यूपी ਦੇ ਮੰਤਰੀ ਅਖਿਲੇਸ਼ यादव ਦੇ ਵੱਲੋਂ ਵੀ ਜੋ ਹੈ ਟਵੀਟ ਕਰਕੇ ਹੁਣ ਇਸ ਵੀਡੀਓ ਦੇ ਉੱਤੇ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ उत्तर प्रदेश ਦੇ ਇਟਾਵਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਥਾਵਾਚਕ ਜੋ ਕਿ ਭਾਗਵਤ ਕਥਾ ਸੁਣਾਉਣ ਦੇ ਲਈ ਜੋ ਹੈ ਪਿੰਡ ਦੇ ਵਿੱਚ ਗਿਆ ਸੀ, ਲੇਕਿਨ ਉੱਥੇ ਜੋ ਹੈ ਲੋਕਾਂ ਦੇ ਵੱਲੋਂ, ਪਿੰਡ ਵਾਲਿਆਂ ਦੇ ਵੱਲੋਂ ਇਸ ਕਥਾਵਾਚਕ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਦੇ ਵਾਲ ਕੱਟ ਕੇ ਜੋ ਹੈ ਉਸ ਨੂੰ ਘੁਮਾਇਆ ਜਾਂਦਾ ਹੈ, ਟੌਰਚਰ ਕੀਤਾ ਜਾਂਦਾ ਹੈ ਪੂਰੇ ਤਰੀਕੇ ਦੇ ਨਾਲ। ਸੋ ਕਿਉਂ ਅਜਿਹਾ ਕੀਤਾ ਗਿਆ, ਤਾਂ ਇਸ ਦੇ ਪਿੱਛੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਦਰਅਸਲ ਇਹ ਜੋ ਕਥਾਵਾਚਕ ਸੀਗਾ, ਕਿਹਾ ਜਾ ਰਿਹਾ ਕਿ ਇਹ ਯਾਦਵ ਜਿਹੜਾ ਹੈ ਸਮਾਜ ਤੋਂ ਸੀਗਾ, ਤੇ ਜਿਸ ਤੋਂ ਬਾਅਦ ਜੋ ਹੈ ਯਾਦਵ ਜਾਤੀ ਹੋਣ ਕਰਕੇ ਇਸ ਨੂੰ ਕੁੱਟਿਆ ਜਾਂਦਾ ਹੈ। ਉਹਨਾਂ ਦੇ ਵੱਲੋਂ, ਪਿੰਡ ਵਾਲਿਆਂ ਦੇ ਵੱਲੋਂ ਜੋ ਹੈ ਇਹ ਇਲਜ਼ਾਮ ਲਗਾਏ ਗਏ ਕਿ ਇਹ ਬ੍ਰਾਹਮਣ ਸਮਾਜ ਦਾ ਨਹੀਂ ਸੀ, ਇਹ ਬ੍ਰਾਹਮਣ ਨਹੀਂ ਸੀਗਾ, ਯਾਦਵ ਸੀਗਾ, ਤੇ ਇਸਨੇ ਆ ਕੇ ਜੋ ਹੈ ਪਿੰਡ ਦੇ ਵਿੱਚ ਝੂਠ ਕਿਹਾ ਕਿ ਉਹ ਬ੍ਰਾਹਮਣ ਹੈ। ਤੇ ਇਸੇ ਕਰਕੇ ਜੋ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ यादव जाति ਦੇ ਨਾਲ ਸੰਬੰਧ ਰੱਖਦਾ ਹੈ, ਤਾਂ ਇਸ ਮਗਰੋਂ ਜੋ ਹੈ ਪਿੰਡ ਵਾਲਿਆਂ ਦੇ ਵੱਲੋਂ ਜਾਤੀ ਦਾ ਭੇਦਭਾਵ ਕਰਦੇ ਹੋਏ ਕਹਿ ਲਏ ਕਿ ਆਪਾਂ ਇੱਥੇ ਕੁੱਟਮਾਰ ਇਸ ਕਥਾਵਾਚਕ ਦੀ ਕੀਤੀ ਜਾਂਦੀ ਹੈ, ਉਸ ਦੇ ਵਾਲ ਕੱਟ ਦਿੱਤੇ ਜਾਂਦੇ ਨੇ, ਇੱਥੋਂ ਤੱਕ ਕਿ ਫਿਰ ਆਪਣੇ ਘਰ ਦੀਆਂ ਮਹਿਲਾਵਾਂ ਦੇ ਪੈਰ ਵੀ ਛੁਆਏ ਜਾਂਦੇ ਨੇ। ਸੋ ਤਸਵੀਰ ਜੋ ਹੈ ਉਹ ਤੁਸੀਂ ਵੇਖ ਸਕਦੇ ਹੋ, ਵੀਡੀਓ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ਤੇ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹ ਕਥਾਵਾਚਕ ਜੋ ਕਿ ਪਿੰਡ ਦੇ ਵਿੱਚ ਭਾਗਵਤ ਕਥਾ ਸੁਣਾਉਣ ਦੇ ਲਈ ਗਿਆ ਸੀ, ਲੇਕਿਨ ਇੱਥੇ ਜੋ ਹੈ ਉਸ ਦੀ ਜਾਤੀ ਪੁੱਛ ਕੇ ਉਸ ਨੂੰ ਫਿਰ ਉਸ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਜਦੋਂ ਪੁੱਛਿਆ ਜਾਂਦਾ ਹੈ ਕਿ ਉਸ ਦੀ ਜਾਤੀ ਕਿਹੜੀ ਹੈ, ਤਾਂ ਉਹ ਜਦੋਂ ਯਾਦਵ ਕਹਿ ਦਿੰਦਾ ਹੈ, ਤੇ ਫਿਰ ਦੱਸਦੇ ਕਿ ਇੱਥੇ ਇਹ ਪਿੰਡ ਵਾਲੇ ਜੋ ਹੈ ਭੜਕ ਉੱਠਦੇ ਨੇ। ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਇੱਕ ਬ੍ਰਾਹਮਣ ਪਿੰਡ ਦੇ ਵਿੱਚ ਆ ਕੇ, ਜਿੱਥੇ ਬ੍ਰਾਹਮਣ ਸਮਾਜ ਰਹਿੰਦਾ ਹੈ, ਉੱਥੇ ਆ ਕੇ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਭਾਗਵਤ ਕਥਾ ਸੁਣਾ ਦਿੱਤੀ। ਸੋ ਉਸਨਾਂ ਦੇ ਲਈ ਜੋ ਹੈ ਇਹ ਜਾਤੀ ਦਾ ਭੇਦਭਾਵ ਕਰਦੇ ਹੋਏ ਇਹਨਾਂ ਲੋਕਾਂ ਦੇ ਵੱਲੋਂ, ਪਿੰਡ ਵਾਲਿਆਂ ਦੇ ਵੱਲੋਂ ਇਸ ਕਥਾਵਾਚਕ ਨੂੰ ਕੁੱਟਿਆ ਜਾਂਦਾ ਹੈ, ਉਸ ਕੋਲੋਂ ਆਪਣੀਆਂ ਘਰ ਦੀਆਂ ਮਹਿਲਾਵਾਂ ਦੇ ਪੈਰ ਛੁਆਏ ਜਾਂਦੇ ਨੇ ਅਤੇ ਬਹੁਤ ਜ਼ਿਆਦਾ ਟੌਰਚਰ ਜੋ ਹੈ ਉੱਥੇ ਕੀਤਾ ਜਾਂਦਾ ਹੈ। ਸੋ ਦੱਸੇ ਕਿ ਜਿਸ ਵਿਅਕਤੀ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਵਿੱਚ, ਉਸ ਵਿਅਕਤੀ ਦਾ ਬਿਆਨ ਵੀ ਸਾਹਮਣੇ ਆਇਆ, ਉਸ ਕਥਾਵਾਚਕ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸਨੇ ਪੂਰੀ ਆਪਣੀ ਜੋ ਉਸ ਦੇ ਨਾਲ ਵਾਪਰੀ ਘਟਨਾ, ਉਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਉਂ ਉਸ ਦੇ ਨਾਲ ਅਜਿਹਾ ਕੀਤਾ ਗਿਆ, ਜਾਤੀ ਦਾ ਭੇਦਭਾਵ ਕਰਦੇ ਹੋਏ ਜੋ ਹੈ ਯਾਦਵ ਹੋਣ ਕਰਕੇ ਉਸ ਨੂੰ ਕੁੱਟਿਆ ਜਾਂਦਾ ਹੈ, ਉਸਦੇ ਬਾਲ ਕੱਟ ਦਿੱਤੇ ਜਾਂਦੇ ਨੇ, ਅਤੇ ਜੋ ਵੀ ਉਸਨੇ ਗੱਲਾਂ ਸਾਂਝੀਆਂ ਕੀਤੀਆਂ ਨੇ, ਜੋ ਜਾਣਕਾਰੀ ਉਹ ਦੇ ਰਹੇ ਨੇ, ਉਹ ਤੁਹਾਨੂੰ ਵੀ ਸੁਣਾ ਦਿੰਦੇ ਆ। क्या नाम है आपका? मेरा नाम संत सिंह यादव है सर। संत सिंह, ये बताओ जरा मुझे। जी सर। तुम्हारे एक वीडियो वायरल हो रहा है जी जी, बाल काटे गए। जी, ये कहाँ की घटना है और पूरी बात क्या हुई? ये सर घटना है दानरपुर की। तो वहाँ हम भागवत करने गए, वहाँ से लोग, एक पाठक बाबा और एक साथ में पप्पू महाराज वहाँ के जो मंदिर के हैं, वो लोग आए, हमसे भागवत छटाए। हमारे जो है जो मुख्य वक्ता है मुकुटमणि शास्त्री, उनके साथ मैं सहायकी करता हूँ। मेरा नाम संत सिंह यादव है। तो जब हम वहाँ गए तो चूंकि अछल्ला के पास का गांव है, तो वहाँ लोगों ने ये पूछा कि आप, पहला श्लोक हो गया, भागवत भी शुरू हो गई। शाम को उन लोगों ने पता लगाया होगा, तो वो बोले कहाँ के रहने वाले, तो हमने कहा हम रहने वाले तो कानपुर के हैं, यहाँ अछल्ला भी हमको हो गई 20 साल रहते रहते। क्या काम करते हो, तो हमने कहा पहले हम शिक्षक थे, ठीक, स्कूल चलाते थे। क्योंकि जो मोदी सरकार आई तो उस समय प्राइवेट स्कूलों को बंद करवा दिया गया। इसके बाद फिर हम भागवत में लग गए। तो बोले कि तुम्हें पता चलता है कि चमार हो, हमने कहा हम चमार नहीं साहब, हम यादव हैं। तो बोले कि आरडी दिखाओ, तो हमने कहा आरडी तो हम लाए नहीं, आधार कार्ड। बोले कि तो हमने कहा नंबर ले लो हमारा, हमारे घर से पता लगा लो। तो इन्होंने नंबर लिया, हमारे बेटे से पूछा, तो बेटे का नाम जैसे आरडी में हमने क्लिक किया तो उसका नाम लिख के आ गया, राज यादव। इन्होंने कहा कि साले ये 103 देरी है यहाँ पे ब्राह्मणों के गांव में, तुम यादव होकर के, चमार होकर के यहाँ भागवत कहने आए हो।
और इन्होंने बहुत हमें मारकूट करना शुरू कर दिया। रात भर इन्होंने बहुत टॉर्चर किया सर, यहाँ तक कि हमारे बाल काट दे। और जो परीक्षित बना था, परीक्षित की मैडम से इन्होंने मूत्र, बोले भाभी आप अपना मूत्र ले आओ, उसे मूत्र से हमारे ऊपर छिड़का इन्होंने। बोले ये अब पवित्र हो गए, ब्राह्मण के ये मूत्र तुम्हारे ऊपर पड़ गया, अब तुम पवित्र हो गए, अब बताओ। अच्छा, तो ये बताओ तुमसे पैर क्यों छुड़वाए गए? पैर इसलिए छुआए गए कि तुम यहाँ पे संकल्प करवाया, तो आपने हमारी भाभी से, हमारी जो है ये ब्राह्मणी है, इससे आपने पैर छुआया। हमने कहा पैर हमने नहीं छुआया, हम तो वैसे भी पैर नहीं छुआते। हमने ये कहा कि ठीक है ठीक है ठीक है। तो बोले कि नहीं तुमने वो तो करवाया, संकल्प तो करवाया। तो हमने कहा संकल्प तो करवाना भाई, हमारा जो पाठन क्रिया में है वो हम करेंगे। तो ये बताओ तुम आचार्य बन के गए थे या जी कथावाचक? जी नहीं, आचार्य बन के, सहायक आचार्य। सहायक आचार्य। जी जी। कथावाचक कौन था? मुकुटमणि महाराज। मुकुटमणि, वो जी। कौन बरादरी है? वो भी यादव है। वो भी याद। जी तो जिन लोगों ने आपको कथावाचक के लिए बुक किया था, जी, जी। वो कौन बरादरी है? वो ब्राह्मण है। वो ब्राह्मण थे। जी। तो ये कथा कब से होनी थी? ये तारीख 21 तारीख से सर। 21 तारीख से। तो क्या तुमने ये नहीं कहा कि जब ये लोग हमको बुला के लाए हैं, जी। इन्होंने बुक किया है, क्या उन्होंने जाके पूछी थी? सब कुछ बताया हमने। तो बोले कि ये लेके आए, लेकिन तुम्हारी हिम्मत कैसे पड़ गई कि ब्राह्मणों के गांव में आए, ब्राह्मणों के गांव में तुम गद्दी पे बैठे हो और मतलब ये अहिर होकर के, और तुम्हें तो चमार लोग बता रहे हैं। तुमने कहा सर चमार हम नहीं है, हम यादव हैं। मोबाइल छीन लिया, उसके बाद उन्होंने 25,000 रुपए दंड लगाया, 25,000 रुपए ले लिए, एक जंजीर ले ली और एक अंगूठी ले ली। अंगूठी 4 ली थी, 3 वापस कर दी। नहीं, ऐसा बता रहे हैं कि आपसे भी कोई वैसा मानवीय व्यवहार किया हाँ, गया? किस तरह? मारा भी है हमको लात घूसों से। और उसके बाद उन्होंने पैर छुपाए। उसके बाद जब पैसा ले लिए, जंजीर ले ली, उसके बाद उन्होंने जो है चोटी हमारी काटी। पहले हमारे आचार्य जी की काटी, फिर हमारी चोटी काटी और बजरंगबली के जयकारे लगाए। उसके बाद हमको वहाँ से निकाला। वजह क्या थी? वजह ये थी, हम जाति के यादव हैं और उन्होंने कहा हमें ब्राह्मण वक्ता चाहिए। तो मैंने कहा ये तो तुम पहले सोच लेते भाई, आपने कथा जब सुनी थी हमारी तब तुमने छटवाई, पहले तो तुमने पूछी नहीं जाति, बाद में आपने जाति पूछी। तो हमने जाति छुपाते तो है नहीं, हमने बता दिया हम यादव हैं, पता कर लो हमारा। जी हमने कह दिया। बोले तो हम ये 103 देरी है गाँव ब्राह्मणों की, यहाँ आप कथा नहीं कह सकती हो, तुम शूद्र हो। तो ये बताओ कि वो इसके बाद अधिकारियों से मिले आप, क्या कहा गया उनकी तरफ से? कहा गया कि आपको जो है न्याय मिलेगा।